ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਤਸੰਗੀ ਜਨੋ, ਅੱਜ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ ਉਹ ਸਾਖੀ ਖਰੇ ਸੌਦੇ ਦੀ ਵਿਚਾਰਨੀ ਹੈ, ਜਿਨ੍ਹਾਂ ਨੇ 20 ਰੁਪਈਆਂ ਦਾ ਲੰਗਰ ਸਾਧੂਆਂ ਨੂੰ ਭੋਜਨ ਛਕਾਇਆ ਅਤੇ ਉਹ ਅੱਜ ਸਾਰੇ ਸੰਸਾਰ ਵਿੱਚ ਚੱਲਦਾ। ਤਾਂ ਉਹ ਸਾਖੀ ਵਿਚਾਰਦੇ ਹਾਂ। ਅੱਗੇ ਸਾਖੀ ਸਾਧਾਂ ਨਾਲ ਖਰੇ ਸੌਦੇ ਦੀ ਚੱਲੀ। एक दिन बाबा नानक जी अपने घर में बैठे थे मस्ताने तौर पर। ता मेहता कालू जी बाहरों आए कर देखे नानक जी अपनी चाली छड्डी नहीं। मेहता कालू जी देख कर बड़ा रंज होया ते आख्यो सू, हे पुत्र तेरा धोखा मैनू खाए गया है, तू समझदा नहीं। तां गुरु नानक जी आख्या, हे पिता जी ਹੁਣ ਸਾਨੂੰ ਬਖਸ਼ੋ, ਅੱਗੇ ਜੋ ਤੁਸੀਂ ਕਹੋਗੇ ਸੋ ਕਰਾਂਗਾ। ਕਾਲੂ ਜੀ ਆਖਿਆ, ਤੂੰ ਕੁਝ ਵਣਜ ਕਰਿਆ ਕਰ। ਬਾਬੇ ਕਿਹਾ, ਭਲਾ ਪਿਤਾ ਜੀ। ਤਾਂ ਕਾਲੂ ਜੀ ਕਿਹਾ, ਨਾਨਕ ਜੀ ਤੂੰ 20 ਰੁਪਈਏ ਲੈ ਜਾਓ ਤੇ ਕੋਈ ਖਰਾ ਸੌਦਾ ਖਰੀਦ ਲੈ ਆਓ। ਇੱਕ ਵਾਰੀ ਖਰਾ ਸੌਦਾ ਕਰ ਆਓਗੇ ਤਾਂ ਫਿਰ ਮੈਂ ਤੁਹਾਨੂੰ ਬਹੁਤ ਰੁਪਈਏ ਦੇਵਾਂਗਾ। ਤੇ ਫਿਰ ਗੁਰੂ ਨਾਨਕ ਜੀ ਕਿਹਾ, ਭਲਾ ਪਿਤਾ ਜੀ ਤੁਸੀਂ ਆਪੇ ਦੇਖੋਗੇ ਜੋ ਮੈਂ ਕਿਹਾ ਸੌਦਾ ਕਰਾਂਗਾ। ਤਾਂ ਗੁਰੂ ਨਾਨਕ ਜੀ ਨੂੰ 20 ਰੁਪਈਏ ਦਿੱਤੇ। ਭਾਈ ਬਾਲੇ ਨੂੰ ਬੁਲਾਏ ਕਰ ਕਿਹਾ, ਸੁਣ ਬਾਲਾ, ਤੂੰ ਸਿਆਣਾ ਹੈ, ਤੂੰ ਨਾਨਕ ਜੀ ਦੇ ਸੰਗ ਜਾ। ਜਿਵੇਂ ਇਹ ਵਣਜ ਕਰਨਾ ਸਿੱਖੇ ਤੂੰ ਇਸ ਦਾ ਸੰਗੀ ਹੈ। ਨਫਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਬਸਤਰ ਵੀ ਉਠਾ ਹੀ ਲਿੱਤੇ ਅਤੇ 20 ਰੁਪਈਏ ਵੀ ਲੈ ਕੇ ਬਾਬੇ ਨਾਨਕ ਜੀ ਦੇ ਸੰਗ ਚੱਲਿਆ। ਮਹਿਤਾ ਕਾਲੂ ਜੀ ਨਗਰ ਦੇ ਬਾਹਰ ਕਿਤਨੀ ਕੁ ਦੂਰ ਤੱਕ ਸਿੱਖਿਆ ਦਿੰਦੇ ਨਾਲ ਟੁਰਿਆ ਗਿਆ। ਕਹੇ, ਪੁੱਤਰ ਨਾਨਕ ਮੇਰੇ ਜੀਵਦੇ ਜੀ ਤੂੰ ਸਭੋ ਕੰਮਕਾਰ ਸੰਭਾਲ ਲਵੋ ਤਾਂ ਮੇਰਾ ਜੀਓ ਬਹੁਤ ਠੰਡਾ ਹੋਵੇ। ਤੇਰੇ ਜੰਮਿਆਂ ਤੇ ਮੈਨੂੰ ਇੱਕ ਭਰੋਸਾ ਹੋਇਆ ਸੀ, ਜੋ ਜੈਸਾ ਮੈਂ ਪਦਾਰਥ ਕਮਾਵਾਂਗਾ ਤੇਰੇ ਥੀ ਇਹ ਬਹੁਤ ਕਮਾਵੇਗਾ। ਮੇਰਾ ਜਸ ਹੋਵੇਗਾ। ਜਿਸ ਤਰ੍ਹਾਂ ਚੰਦਰਮਾ ਨੂੰ ਦੇਖ ਕੇ ਸਭ ਕੋਈ ਖੁਸ਼ੀ ਹੁੰਦਾ ਹੈ, ਇਸ ਤਰ੍ਹਾਂ ਨਾਨਕ ਜੀ ਨੂੰ ਦੇਖ ਕੇ ਇਸਤਰੀ ਪੁਰਖ ਸਭ ਖੁਸ਼ੀ ਹੋਵਣ। ਸੋ ਤੂੰ ਵਣਜ ਕਰ ਸਿੱਖਿਆ, ਖੱਤਰੀਆਂ ਵਾਲੀ ਚਾਲੀ ਤੂੰ ਕਰੇਂਗਾ। ਬਹੁਤ ਪਦਾਰਥ ਖੱਟ ਕਰ ਘਰ ਲਿਆਏਂਗਾ ਤਾਂ ਮੇਰਾ ਜੀਓ ਠੰਡਾ ਹੋਵੇਗਾ। ਸੋ ਖਰਾ ਸੌਦਾ ਕਰੀ। ਐਸੀ ਸਿੱਖਿਆ ਦੇ ਕਰ ਕਾਲੂ ਪਿਛਾਂਹ ਮੁੜਿਆ। ਬਾਬਾ ਨਾਨਕ ਜੀ ਅਤੇ ਭਾਈ ਬਾਲਾ ਸਿਧਾਰੇ। ਕਾਲੂ ਜੀ ਬਹੁਤ ਮੋਹ ਕਰਕੇ ਪਿਛਾਂਹ ਪਰਤ ਕੇ ਵੇਖਦਾ ਹੈ ਤੇ ਘਰ ਨੂੰ ਆਇਆ ਬਾਲੇ ਨੂੰ ਗੁਰੂ ਨਾਨਕ ਜੀ ਦੀ ਵਾਰਤਾ ਸੁਣਾਉਂਦੇ। ਭਗਤੀ ਵਿਰਾਗ ਗਿਆਨ ਨਾਲ ਮਿਲੀਆਂ ਹੋਈਆਂ ਸਨੇ ਸਨੇ ਚਲੇ ਜਾਂਦੇ ਹਨ। 12 ਕੋ ਪੰਧ ਗਏ ਤਾਂ ਇੱਕ ਬਨ ਹੈ, ਉੱਥੇ ਮੰਡਲੀ ਬੈਠੇ ਹਨ, ਤਪੱਸਵੀ ਤਪ ਕਰਦੇ ਹਨ। ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹਨ, ਕੋਈ ਸੰਤ ਖੜ੍ਹੇ ਹੋਏ ਹਨ, ਕੋਈ ਪਦਮਾਸਨ ਲਾਈ ਬੈਠੇ, ਕੋਈ ਧੂਣੀਆਂ ਤਪਦੇ ਹਨ, ਕੋਈ ਸਿਧਾਸਨ ਕਰ ਬੈਠੇ ਹਨ, ਕੋਈ ਕੁਪੀਨ ਪਹਿਰੇ ਔਰ ਕੱਪੜਾ ਤਿਆਗ ਬੈਠੇ ਹਨ। ਦਿਗੰਬਰ ਇੱਕ ਜਲ ਵਿੱਚ ਬੈਠੇ ਹਨ, ਇੱਕ ਪੁਸਤਕ ਪੜ੍ਹਦੇ ਹਨ, ਇੱਕ ਮੌਨ ਧਾਰੀ ਬੈਠੇ ਹਨ, ਜਿਨ੍ਹਾਂ ਨੂੰ ਪਰਲੋਕ ਦੇ ਸੁਖਾਂ ਦੀ ਚਾਹ ਹੈ। ਇਸ ਕੋਲ ਤੇ ਸੁਖ ਤਿਆਗ ਕੇ ਕਿਨਾਰਾ ਕਰੀ ਇਕਾਂਤ ਬੈਠੇ ਹੋਏ ਹਨ। ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ,
ਮਿਰਗਸ਼ਾਲਾ ਜਿਨ੍ਹਾਂ ਦੇ ਹੇਠ ਵਿਛੀ ਹੈ। ਬ੍ਰਿਸ਼ की त्वचा जिनकी कुपीन है, सिर पर जटाऊं है, मुकुट है, और हृदय में जिनके जगदीश का ध्यान है, और इस साधु पास पुस्तक पढ़ रहा है। इस संत सभा को देखकर बाबा नानक जी खड़े होकर देखने लगे और भाई बाले प्रति बाबा नानक जी ने कहा, हे बाला, ਇਸ ਖਰੇ ਸੌਦੇ ਨਾਲੋਂ ਹੋਰ ਕੋਈ ਸੌਦਾ ਚੰਗਾ ਨਹੀਂ। ਇਸ ਅਮੋਲ ਸੌਦੇ ਨੂੰ ਮੈਂ ਨਹੀਂ ਛੱਡ ਸਕਦਾ। ਪਿਤਾ ਜੀ ਦੀ ਆਗਿਆ ਵੀ ਖਰੇ ਸੌਦੇ ਦੀ ਹੈ, ਸੋ ਇਸ ਤੋਂ ਚੰਗਾ ਵਣਜ ਹੋਰ ਕੌਣ ਹੈ। ਇਹ ਰੁਪਏ ਇਨਕੋ ਫੜਾਵਤੇ ਹੈ, ਜੋ ਭੋਜਨ ਵਸਤਰ ਕਰਕੇ ਇਹ ਖੁਸ਼ੀ ਹੋਵਣਗੇ। ਇਹ ਬਚਨ ਬਾਬੇ ਨੇ सुन के बाले ने आख्या, महाराज, मेहता कालू जी का डर है। उसने वणज करने वास्ते तुहानू रुपए दिते हन अते सुभाव दा भी कठिन है। सो तुसी जानो मैं आप दा अनुसारी हाँ, सो तुसी ही मेहते कालू जी नाल समझ लेना। मेरे नाल कोई झगड़ा झगड़े, मैं आप दा अनुसारी हाँ। अगे भी ਅਤੇ ਹੁਣ ਵੀ ਜਿਸ ਜਿਸ ਤਰ੍ਹਾਂ ਆਗਿਆ ਦਿੰਦੇ ਹੋ ਮੈਂ ਉਸ ਤਰ੍ਹਾਂ ਕਰਾਂਗਾ। ਇਤਨਾ ਕਹਿ ਰੁਪਏ 20 ਭਾਈ ਬਾਲੇ ਨੇ ਨਾਨਕ ਜੀ ਦੇ ਹੱਥ ਦਿੱਤੇ। सो रुपए लेकर गुरु जी संतां के पास जाए बैठे और कोमल बाणी से पहले नमस्कार करी। करुणा निधान गुरु जी ने पूछा, हे संत जी, आप वस्त्र नहीं पहनते, हाथ नहीं आमदा के पहनते ही नहीं, रात दिन धुप पाला सर्दी गर्मी सहारते हो, बरखा पड़ती दिगंबर ही रहते हो। आप दा शरीर दिव्या ज्योति है, भस्म लगाई रखी है। इतना सुनकर संत ने कहा, हे भाई, हम निर्वाण साधु हैं, वस्त्र का संयम ही रखना चाहिए है, और तैनू क्या प्रयोजन है पूछने का। तां बाले कहा, नानक जी, तू चल के सौदा खरीद जो कुछ कालू जी ने कहा है। ਤਾਂ ਨਾਨਕ ਜੀ ਆਖਿਆ, ਬਾਲਾ, ਮੈਨੂੰ ਪਿਤਾ ਨੇ ਖਰਾ ਸੌਦਾ ਖਰੀਦਣਾ ਆਖਿਆ ਹੈ। ਬਾਲਾ, ਤੂੰ ਵੀ ਮਸਲਤ ਖਰੇ ਸੌਦੇ ਖਰੀਦਣ ਦੀ ਦੇ, ਮੈਂ ਖਰਾ ਸੌਦਾ ਕਰਾਂ। ਤਾਂ ਬਾਲੇ ਕਿਹਾ, ਮੈਂ ਕਿਆ ਆਖਣਾ ਹੈ, ਤੂੰ ਪੁੱਤ ਹੈ, ਉਹ ਪਿਤਾ ਹੈ। ਤਾਂ ਫਿਰ ਗੁਰੂ ਨਾਨਕ ਜੀ ਆਖਿਆ, ਸੰਤ ਜੀ, ਤੁਮ ਵਸਤਰ ਤੋਂ ਨਹੀਂ ਪਹਿਨते तो भोजन भी नहीं करते होवोगे। फिर महंत ने कहा, अरे बालक, जो परमेश्वर भेजता है सो हम खाए लेते हैं, हम तो उदासी हैं, इस वास्ते हम उद्यान में बसते हैं, बस्ती में नहीं बसते। तो गुरु नानक जी ने कहा, आपका नाम क्या है। संत ने कहा, नाम हमारा संत रेन है। सुनकर नानक जी बड़े प्रसन्न हुए और क्यों, हे बाला, ये सौदा मैं नहीं छड़ सकता, ये खरा सौदा है, इसमें तोटा नहीं, वाधा ही वाधा है। बाले कहा, नानक जी, तुसी जानो अते कालू जी जाने अते मैं की जाना, ये खरा है जां खोटा है। गुरु नानक जी 20 रुपये लैके बाले पासों महंत दे अगे रखे। ਤਾਂ महंत ने आख्या, अरे बालक, यह रुपये हमारे किसे काम नहीं, तुझको बाप ने व्यापार के लिए दिए हैं, अते तू फकीरों को क्यों देता है। तेरी अवस्था छोटी है अते तेरा व्यवहार पिता दे अधीन है, सो बाप ने तेरे किसी काम के वास्ते भेजा है, तू रुपये फकीरां नूं दिंदा है। गुरु नानक जी ने कहा, सुनो संत जी, मैनू पिता ने खरा सौदा करने भेजा है, सो ये खरा सौदा है, होर सौदे खोटे हन।
ਤਾਂ ਮਹੰਤ ਨੇ ਕਿਹਾ, ਹੇ ਲੜਕੇ, ਤੇਰਾ ਨਾਮ ਕਿਆ ਹੈ, ਪਰ ਤੂੰ ਹੁੰਦਾ ਕੌਣ ਹੈ? ਤਾਂ ਨਾਨਕ ਜੀ ਕਿਹਾ, ਮੇਰਾ ਨਾਮ ਤੋਂ ਨਾਨਕ ਨਿਰੰਕਾਰੀ ਹੈ ਅਤੇ ਕਾਲੂ ਜੀ ਖੱਤਰੀ ਦਾ ਪੁੱਤਰ ਹਾਂ। ਤਾਂ ਮਹੰਤ ਬੋਲਿਆ, ਅਰੇ ਬਾਲਕ, ਇਹ ਕਿਆ ਨਾਨਕ ਨਿਰੰਕਾਰੀ ਹੈ ਅਤੇ ਕਾਲੂ ਜੀ ਖੱਤਰੀ का बेटा क्या? ਤਾਂ ਗੁਰੂ ਨਾਨਕ ਜੀ ਕਿਹਾ, हे महंत जी, पहले सतयुग में निरंकार जी की भक्ति करी थी, सो हमारी भक्ति पूरी नहीं हुई। त्रेते युग में और द्वापर युग में निरंकार जी की भक्ति करी थी, सो संपूर्ण हुई। तद भी हम निरंकारी थे, अब भी निरंकारी हैं। तो महंत ने कहा, रे बालक, कुछ मांग। ਤਾਂ ਗੁਰੂ ਜੀ ਨੇ ਕਿਹਾ, मैं क्या मांगूं, एक श्री निरंकार ही मांगता हूँ। ਤਾਂ महंत ने कहा, हे बालक, तू तो आप ही पूर्ण निरंकार हो रहा है, हम तुझको क्या देवें, पर एक काम कर, ये रुपये हमारे काम नहीं, इनका सीधा तुम जाए कर लियाओ देवो, जो ये अतीत भोजन बनाए कर खावेंगे। तब गुरु नानक जी बाले तो रुपये लेकर एक नगरी में गए। आटा, चावल, खंड, घ्यो, दुग्ध, बर्तन सब कुछ लेकर संतां पास लियाए कर दिए और मत्था टेक्या। महंत बोलिया, हे नानक जी, तुम आप निरंकार रूप हो, निरंकार ही नानक रूप धारिया है। असां ने अच्छी तरह खोज देखा है। 7 ਵਰਤ ਇਹਨਾਂ ਅਤੀਤੋਂ ਕੋ ਬੀਤ ਗਏ ਹਨ, 7 ਦਿਨ ਭੁੱਖਿਆਂ ਲੰਘ ਗਏ ਹਨ। हे शांत रूप नानक जी, अब तुम जाओ। ਤਾਂ ਨਾਨਕ ਜੀ ਮੱਥਾ ਟੇਕਿਆ और ਬਾਲੇ को साथ लेकर ਉੱਠ ਚੱਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਸਾਖੀ ਅੱਧੀ ਕੱਲ੍ਹ ਨੂੰ ਵਿਚਾਰਾਂਗੇ ਜੀ।